ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਦਸਮ ਪਿਤਾ ਦੀ ਫਤਿਹ ਨੂੰ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਪਿਤਾ ਦੀ ਦਇਆ, ਉਸ ਦੀ ਰਹਿਮਤ, ਉਸ ਦੀ ਅਪਾਰ ਕਿਰਪਾ ਦੁਆਰਾ ਜੋ ਲੜੀਵਾਰ ਕਥਾ ਚੱਲ ਰਹੀ ਹੈ, ਪਿਛਲੇ ਹਫ਼ਤੇ 17ਵੀਂ ਪੌੜੀ ਦਾ ਪ੍ਰਾਰੰਭ ਹੋਇਆ ਸੀ, ਜਿਸ ਵਿੱਚ ਪਰਮ ਪਿਤਾ ਨੇ ਇਨਸਾਨ ਦੇ ਹੰਕਾਰ ਨੂੰ ਰੋਕਣ ਦੀ ਗੱਲ ਕੀਤੀ ਸੀ ਕਿ ਇਹ ਬੰਦੇ ਆਪਣੇ ਹੰਕਾਰ ਦੇ ਵਿੱਚ ਨਾ ਰਹੀ, ਤੇਰੇ ਤੋਂ ਅੱਗੇ ਵੀ ਹਨ ਉਸ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ, ਉਸ ਦਾ ਜਪ ਕਰਨ ਵਾਲੇ, ਆਪਣੀ ਹੀ ਦੁਨੀਆ ਦੇ ਵਿੱਚ ਰਹਿ ਕੇ ਕਿਤੇ ਉਸ ਪਰਮ ਪਿਤਾ ਨੂੰ ਭੁੱਲ ਨਾ ਜਾਵੇ। ਆਓ ਸਭ ਤੋਂ ਪਹਿਲਾਂ 17ਵੀਂ ਪੌੜੀ ਦਾ ਪਾਠ ਸਰਵਣ ਕਰੋ। असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रहे उदास, असंख पवित गुण ज्ञान विचार, असंख सती असंख दातार, असंख सूर मोह पखसार, असंख मोन लिव लाए तार, कुदरत कवन कहा विचार, वार्या न जावा एक वार, जो तुद पावै साई पलीकार, तू सदा सलामत निरंकार। वाहिगुरु जी का खालसा, वाहिगुरु जी की फतेह। असंख ਦੀਆਂ ਪੌੜੀਆਂ ਦੇ ਵਿੱਚ, असंख ਦੇ ਸੰਬੰਧ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀਆਂ 4 ਪੌੜੀਆਂ ਉਚਾਰਨ ਕੀਤੀਆਂ ਹਨ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਐ ਸਲਾਮਤ ਐ ਸਦੀਵੀ, ਐ ਪਰਮ ਪਿਤਾ ਤੂੰ ਸਦਾ ਸਲਾਮਤ, ਤੂੰ ਸਦਾ ਰਹਿਣ ਵਾਲੇ ਪਿਤਾ, ਤੇਰੀ ਕੁਦਰਤ ਦਾ ਮੈਂ ਵਰਣਨ ਨਹੀਂ ਕਰ ਸਕਦਾ, ਇਸ ਦੇ ਪਸਾਰੇ ਦਾ ਮੈਂ ਵਰਣਨ ਨਹੀਂ ਕਰ ਸਕਦਾ। ਕੁਦਰਤ ਦੇ ਵਿੱਚ ਕੀ ਕੁਝ ਹੈ? ਕੁਦਰਤ ਆਦਿ ਕਾਲ ਤੋਂ ਜਦ ਤੋਂ ਦੁਨੀਆ ਚੱਲੀ ਹੈ, 2 ਵਿਰੋਧੀ ਧਿਰਾਂ ਹਮੇਸ਼ਾ ਕੰਮ ਕਰਦੀਆਂ ਹਨ। ਇਸ ਸੰਸਾਰ ਦੇ ਵਿੱਚ 2 ਵਿਰੋਧੀ ਲਹਿਰਾਂ ਹਮੇਸ਼ਾ ਚੱਲਦੀਆਂ ਰਹਿੰਦੀਆਂ ਹਨ। ਜੇ ਧੁੱਪ ਹੈ ਤਾਂ ਛਾਂ ਹੈ, ਜੇ ਫੁੱਲ ਹਨ ਤੇ ਕੰਡੇ ਹਨ, ਜੇ ਸੁਗੰਧੀ ਹੈ ਤਾਂ ਦੁਰਗੰਧ ਹੈ, ਜਨਮ ਹੈ ਤਾਂ ਮਰਨ ਹੈ। ਕੋਈ ਵੀ ਐਸਾ ਜੀਵਨ ਨਹੀਂ ਜੋ ਮੌਤ ਦੇ ਵਿੱਚ ਲਿਪਟਿਆ ਹੋਇਆ ਨਾ ਹੋਵੇ। ਜੇ ਹੱਸਣਾ ਹੈ ਤਾਂ ਰੋਣਾ ਹੈ। ਐਸਾ ਕੋਈ ਵੀ ਹਾਸਾ ਨਹੀਂ ਦੁਨੀਆ ਤੇ ਜਿਸ ਦੇ ਪਿੱਛੇ ਕੋਈ ਰੋਣਾ ਨਾ ਛੁਪਿਆ ਹੋਵੇ। ਗਮ ਹੈ, ਖੁਸ਼ੀ ਹੈ। ਐਸੀ ਕੋਈ ਖੁਸ਼ੀ ਨਹੀਂ ਜਿਸ ਦੀ ਕਿਤੇ ਨਾ ਕਿਤੇ ਓਤ ਪਰੋਤ ਗਮ ਦੇ ਨਾਲ ਨਾ ਹੋਵੇ। ਇੱਜ਼ਤ ਹੈ, ਬੇਇੱਜ਼ਤੀ ਹੈ, ਔਰ ਕੋਈ ਐਸੀ ਇੱਜ਼ਤ ਨਹੀਂ ਜਿਸ ਦੇ ਪਿੱਛੇ ਬੇਇੱਜ਼ਤੀ ਦਾ ਕੋਈ ਆਧਾਰ ਨਾ ਹੋਵੇ। ਇਹ ਵਿਰੋਧੀ ਚੀਜ਼ਾਂ ਅਗਰ ਅਸੀਂ ਸੰਗੀਤ ਨੂੰ ਹੀ ਲੈ ਲਈਏ ਤੇ ਸੰਗੀਤ ਦੀ ਜੋ ਸੁਰ ਹੈ ਹਮੇਸ਼ਾ ਵਿਰੋਧੀ ਧਿਰਾਂ ਤੋਂ ਬਣਦੀ ਹੈ। ਸੰਸਾਰ ਦੀ ਸੁੰਦਰਤਾ ਹੈ, ਕਰੂਪਤਾ ਦੇ ਨਾਲ ਜੁੜੀ ਹੋਈ ਹੈ। ਤੰਦਰੁਸਤ ਹੈ ਇਨਸਾਨ, ਬਿਮਾਰੀ, ਅਪਾਹਿਜ, ਉਸ ਦੇ ਨਾਲ ਵੀ ਦੁਨੀਆ ਜੁੜੀ ਹੋਈ ਹੈ।
ਇਹ ਜਦ ਤੋਂ ਹੀ ਸੰਸਾਰ ਬਣਿਆ ਹੈ, ਜਦ ਤੋਂ ਪੁੰਨਿਆਂ ਦੀ ਰਾਤ ਤੁਰੀ ਹੈ, ਮੱਸਿਆ ਦੀ ਰਾਤ ਨਾਲ ਹੀ ਆਈ ਹੈ। ਅੱਜ ਵੀ ਜਦੋਂ ਅਸੀਂ ਕਿਤੇ ਚਾਰ ਬੈਠਦੇ ਹਾਂ, ਚਾਰ ਇਨਸਾਨ ਬੈਠਦੇ ਹਾਂ, ਤਾਂ ਕਹਿ ਦਿੰਦੇ ਹਾਂ ਕਿ ਜ਼ਮਾਨਾ ਬੜਾ ਬੁਰਾ ਆ ਗਿਆ ਹੈ। ਪਰ ਅਸੀਂ ਕਦੇ ਇਤਿਹਾਸ ਦੇ ਪੰਨਿਆਂ ਨੂੰ ਨਹੀਂ ਫਰੋਲਿਆ, ਅਸੀਂ ਕਦੇ ਵਕਤ ਨੂੰ ਗਹਿਰਾਈ ਨਾਲ ਨਹੀਂ ਦੇਖਿਆ, ਅਸੀਂ ਕਦੇ ਜੀਵਨ ਨੂੰ ਗਹਿਰਾਈ ਦੇ ਨਾਲ ਨਹੀਂ ਦੇਖਿਆ। ਅਸ਼ੋਕ ਵਾਟਕਾ ਦੇ ਵਿੱਚੋਂ ਜਦੋਂ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਹੋਵੇਗਾ, ਤਨਹਾਈ ਦੇ ਵਿੱਚ, ਇਕੱਲੇਪਨ ਦੇ ਵਿੱਚ ਉਸ ਨੂੰ ਕੈਦ ਰੱਖਿਆ ਹੋਵੇਗਾ, ਹਰ ਜ਼ੁਬਾਨ ਦੇ ਉੱਤੇ ਇਹ ਹੀ ਗੱਲ ਆਈ ਹੋਵੇਗੀ, ਜ਼ਮਾਨਾ ਬਹੁਤ ਬੁਰਾ ਆ ਗਿਆ ਹੈ। ਜਦੋਂ ਦੁਰਯੋਧਨ ਨੇ ਦੁਸ਼ਾਸਨ ਦੀ ਸਭਾ ਵਿੱਚ ਦ੍ਰੋਪਦੀ ਨੂੰ ਨਗਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ, ਉਸ ਵਕਤ ਐਸੀ ਕੋਈ ਜ਼ੁਬਾਨ ਨਹੀਂ ਹੋਵੇਗੀ ਜਿਸ ਨੇ ਇਹ ਨਿਆਂ ਕਿਹਾ ਹੋਵੇ ਕਿ ਜ਼ਮਾਨਾ ਬਹੁਤ ਬੁਰਾ ਆ ਗਿਆ ਹੈ। ਪ੍ਰਹਿਲਾਦ ਨੂੰ ਜਦੋਂ ਮਤਰੇਈ ਮਾਂ ਨੇ ਪਿਤਾ ਦੀ ਗੋਦ ਤੋਂ ਦੂਰ ਕੀਤਾ ਹੋਵੇਗਾ, ਉਸ ਨੂੰ ਥੰਮ ਨਾਲ ਲਿਪਣ ਦਾ ਹੁਕਮ ਦਿੱਤਾ ਹੋਵੇਗਾ, ਹਰ ਜ਼ੁਬਾਨ ਨੇ, ਹਰ ਹਿਰਦੇ ਨੇ ਕਿਹਾ ਹੋਵੇਗਾ ਜ਼ਮਾਨਾ ਬਹੁਤ ਬੁਰਾ ਹੈ। ਜ਼ਮਾਨੇ ਦੀ ਸ਼ਖਸੀਅਤ, ਰਹਿਬਰੀ ਪੁਰਸ਼, ਪਰਮ ਪਿਤਾ ਦਾ ਰੂਪ ਧੰਨ ਧੰਨ ਗੁਰੂ ਨਾਨਕ ਦੇਵ ਜੀ, ਜਦੋਂ ਉਹਨਾਂ ਨੇ, ਬਹੁਤ ਸਾਰਿਆਂ ਨੇ ਉਹਨਾਂ ਨੂੰ ਪੂਤਨਾ ਬੇਤਾਲਾ ਕਿਹਾ ਹੋਵੇਗਾ, ਪੱਥਰ ਮਾਰੇ ਹੋਣਗੇ, ਸ਼ਾਇਦ ਹੀ ਐਸਾ ਕੋਈ ਹਿਰਦਾ ਹੋਵੇ ਜੋ ਬਲੁੰਦਰਿਆ ਨਾ ਗਿਆ ਹੋਵੇ, ਐਸੀ ਕੋਈ ਅੱਖ ਹੋਵੇ ਜੋ ਹੰਝੂਆਂ ਦੇ ਨਾਲ ਨਮ ਨਾ ਹੋਈ ਹੋਵੇ। ਜਦੋਂ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਹੋਵੇਗਾ, ਸੀਤਲਤਾ ਦੇਣ ਵਾਲੇ ਨੂੰ, ਸ਼ਾਂਤੀ ਦੇਣ ਵਾਲੇ ਨੂੰ, ਉਦੋਂ ਵੀ ਹਰ ਜ਼ੁਬਾਨ ਤੇ ਇਹ ਗੱਲ ਹੋਵੇਗੀ ਜ਼ਮਾਨਾ ਬਹੁਤ ਬੁਰਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦਾ ਦੀਵਾਰਾਂ 'ਚ ਚਿਣੇ ਜਾਣਾ, ਸ਼ਾਇਦ ਕਿ ਕੋਈ ਹਿਰਦਾ ਹੋਵੇ ਜਿਸ ਨੇ ਇਹ ਨਾ ਕਿਹਾ ਹੋਵੇ ਕਿ ਜ਼ਮਾਨਾ ਬਹੁਤ ਬੁਰਾ ਹੈ। ਦੋ ਲਹਿਰਾਂ ਦਾ ਜ਼ਿਕਰ ਜੋ ਹੈ ਉਹ ਗੁਰੂ ਸਾਹਿਬ ਕਰਦੇ ਹਨ ਇਹਨਾਂ ਪੌੜੀਆਂ ਦੇ ਵਿੱਚ। ਅਸੰਖ ਜਪ ਅਸੰਖ ਪਾਓ, तमाम ਜੋ ਨੇਕੀਆਂ ਹਨ ਉਹਨਾਂ ਦਾ ਜੋ ਆਧਾਰ ਹੈ ਉਹ ਜਪ ਤੇ ਹੈ। ਔਰ ਗੁਰਬਾਣੀ ਨੂੰ ਜਪਣ ਵਾਲੇ ਗੁਰੂ ਸਾਹਿਬ ਕਹਿੰਦੇ ਹਨ ਅਸੰਖ ਹਨ, ਅਨੰਤ ਹਨ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ ਕਿ ਉਹ ਕਿੰਨੇ ਹਨ ਜੋ ਜਪ ਕਰਦੇ ਹਨ ਔਰ ਕਈ ਪ੍ਰਕਾਰ ਦਾ ਜਪ ਕਰਦੇ ਹਨ। ਅਸੰਖ ਭਾਉ, ਭਾਉ ਦਾ ਮਤਲਬ ਪ੍ਰੇਮ, ਤੇ ਅਨੇਕਾਂ ਹੀ ਤਰ੍ਹਾਂ ਦੇ ਭਾਵ ਦੇ ਨਾਲ ਉਸ ਪਰਮ ਪਿਤਾ ਨੂੰ ਪ੍ਰੇਮ ਕਰਦੇ ਹਨ। ਪ੍ਰੇਮ ਜੋ ਹੈ ਇਹ ਇਨਸਾਨ ਬਚਪਨ ਤੋਂ ਹੀ ਆਪਣੇ ਨਾਲ ਲੈ ਕੇ ਆਉਂਦਾ ਹੈ। ਇਸੇ ਭਾਵ ਦੇ ਕਾਰਨ, ਇਸੇ ਪ੍ਰੇਮ ਦੇ ਕਾਰਨ ਹੀ ਸਾਡੇ ਪਰਿਵਾਰ ਦੇ ਨਾਲ ਸੰਬੰਧ ਬਣਦੇ ਹਨ। ਇਸੇ ਪ੍ਰੇਮ ਦਾ ਕਰਕੇ ਅੱਗੇ ਰਿਸ਼ਤੇਦਾਰ, ਔਰ ਇਹੀ ਪ੍ਰੇਮ ਜੋ ਹੈ ਬਾਅਦ ਦੇ ਵਿੱਚ ਜਾ ਕੇ ਉਸ ਪਰਮ ਪਿਤਾ ਦੇ ਸੰਬੰਧ ਨਾਲ ਜੋੜਦਾ ਹੈ। ਜਿਸ ਦੇ ਵਿੱਚ ਭਾਵ ਹੈ, ਜਿਸ ਦੇ ਵਿੱਚ ਪ੍ਰੇਮ ਹੈ, ਇਹੀ ਪ੍ਰੇਮ ਉਸ ਪਰਮਾਤਮਾ ਨਾਲ ਜੋੜਦਾ ਹੈ। ਭਗਤ ਦਾ ਮਤਲਬ ਕੀ ਹੈ? ਭਗਤ ਦਾ ਮਤਲਬ ਇਹੀ ਹੈ ਕਿ ਜਿਸ ਦੇ ਵਿੱਚ ਭਾਵ ਪੈਦਾ ਹੋ ਗਿਆ, ਜਿਸ ਦੇ ਵਿੱਚ ਉਸ ਪਰਮ ਪਿਤਾ ਦਾ ਪਿਆਰ ਪੈਦਾ ਹੋ ਗਿਆ, ਉਸੇ ਨੂੰ ਹੀ ਭਾਵ ਕਹਿੰਦੇ ਹਨ। ਸਾਧ ਸੰਗਤ ਦੀ ਮਹਿਮਾ ਵੀ ਇਸੇ ਲਈ ਹੈ। ਸਾਧ ਸੰਗਤ ਦੇ ਵਿੱਚ ਆ ਕੇ ਜਦੋਂ ਅਸੀਂ ਗੁਰਬਾਣੀ ਨੂੰ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸਾਡੇ ਮਨ ਦੇ ਵਿੱਚ ਉਸ ਪ੍ਰਭੂ ਦੇ ਲਈ ਪ੍ਰੇਮ ਪੈਦਾ ਹੁੰਦਾ ਹੈ, ਭਾਵ ਪੈਦਾ ਹੁੰਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਸਾਧ ਸੰਗ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਈ। ਉਸ ਦੇ ਪ੍ਰੇਮ ਤੋਂ ਬਿਨਾਂ, ਹਿਰਦੇ ਦੇ ਵਿੱਚ ਪਿਆਰ ਦੇ ਪ੍ਰਗਟ ਹੋਣ ਤੋਂ ਬਿਨਾਂ ਉਸ ਪਿਤਾ ਦੇ ਨਾਲ ਸੰਬੰਧ ਨਹੀਂ ਜੋ ਜੁੜ ਸਕਦਾ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਹਨ,
ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰਾਖੇ, ਤਾਹੇ ਤੇ ਗੁਰ ਸਰਬ ਨਿਧਾਨ ਦਾ ਦਾਨ ਦੇਤ ਹੈ। ਅਗਰ ਮਨ ਦੇ ਵਿੱਚ ਭਾਵਨਾ ਹੈ ਤੇ ਉਸ ਪਿਤਾ ਦੇ ਅੱਗੇ ਇੱਕ ਕੌਡੀ ਰੱਖ ਕੇ ਵੀ ਅਸੀਂ ਅਰਦਾਸ ਕਰਦੇ ਹਾਂ, ਜਾਂ ਇਕੱਲਾ ਪ੍ਰੇਮ ਰੱਖ ਕੇ ਹੀ ਉਸ ਪਿਤਾ ਦੇ ਅੱਗੇ ਅਰਦਾਸ ਕਰਦੇ ਹਾਂ, ਉਹ ਸਾਡੀ ਜ਼ਰੂਰ ਸੰਪੂਰਨ ਹੁੰਦੀ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਅਸੰਖ ਜਪ, ਅਸੰਖ ਪੂਜਾ, ਅਸੰਖ ਤਪਤਾ। ਹੁਣ ਪੂਜਾ ਕਈ ਪ੍ਰਕਾਰ ਦੀ ਹੈ। ਹਰ ਇੱਕ ਇਨਸਾਨ ਆਪਣੇ ਢੰਗ ਨਾਲ ਪੂਜਾ ਕਰਦਾ ਹੈ। ਕੋਈ ਫੁੱਲਾਂ ਦੇ ਨਾਲ ਪੂਜਾ ਕਰਦਾ ਹੈ, ਕੋਈ ਧਨ ਦੇ ਨਾਲ ਪੂਜਾ ਕਰਦਾ ਹੈ, ਕੋਈ ਇਕੱਲਾ ਪ੍ਰੇਮ ਰੱਖ ਕੇ ਪੂਜਾ ਕਰਦਾ ਹੈ, ਕੋਈ ਮੂਰਤੀ ਦੀ ਪੂਜਾ ਕਰਦਾ ਹੈ। ਰਾਮਾਨੰਦ ਜੀ ਉਹ ਵੀ ਮੂਰਤੀ ਪੂਜਾ ਦੇ ਵਿੱਚ ਵਿਸ਼ਵਾਸ ਰੱਖਦੇ ਸਨ। ਕਿਸੇ ਵੀ ਭਗਤ ਦਾ ਜਾਂ ਕਿਸੇ ਵੀ ਗੁਰੂ ਦਾ ਜੀਵਨ ਦੇ ਵਿੱਚ ਜਦੋਂ ਇਹੋ ਜਿਹੀ ਕੋਈ ਗੱਲ ਪਤਾ ਲੱਗਦੀ ਹੈ ਜਿਸ ਤਰ੍ਹਾਂ ਮੂਰਤੀ ਪੂਜਾ ਕਰਦੇ ਹਨ, ਤਾਂ ਇੱਥੇ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਉਹ ਜੋ ਕਾਰਜ ਕਰਦੇ ਸਨ ਉਹ ਪਿਤਾ ਦੇ ਨਾਲ ਜੁੜਨ ਤੋਂ ਪਹਿਲਾਂ ਦੀ ਗੱਲ ਹੈ। ਉਹ ਉਹਨਾਂ ਦੇ ਜੀਵਨ ਦੀ, ਜਦ ਤੱਕ ਉਹ ਉਸ ਪਿਤਾ ਦੇ ਨਾਲ ਨਹੀਂ ਜੁੜੇ ਸਨ, ਉਦੋਂ ਤੋਂ ਪਹਿਲਾਂ ਦੀ ਗੱਲ ਹੈ। ਜਦੋਂ ਉਹਦੇ ਨਾਲ ਜੁੜ ਗਏ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਫਿਰ ਰਹਿਤ ਹੋ ਜਾਂਦੇ ਹਨ ਭਗਤ। ਔਰ ਰਾਮਾਨੰਦ ਜੀ ਜੋ ਹਨ ਉਹ ਫੁੱਲਾਂ ਦਾ ਹਾਰ ਪਹਿਨਾਇਆ ਕਰਦੇ ਸਨ ਮੂਰਤੀ ਨੂੰ, ਔਰ ਮੂਰਤੀ ਦੇ ਉੱਤੇ ਇੱਕ ਮੁਕਟ ਸੀ ਜੋ ਕਾਫੀ ਭਾਰਾ ਸੀ। ਇੱਕ ਦਿਨ ਉਹਨਾਂ ਨੇ ਮੁਕਟ ਜਿਹੜਾ ਹੈ ਉਹ ਮੂਰਤੀ ਦੇ ਉੱਤੇ ਰੱਖ ਲਿਆ ਤੇ ਹਾਰ ਪਾਉਣ ਲੱਗੇ, ਹਾਰ ਛੋਟਾ ਰਹਿ ਗਿਆ। ਉਧਰੋਂ ਕਬੀਰ ਜੀ ਆਏ ਤੇ ਕਬੀਰ ਜੀ ਨੇ ਦੇਖਿਆ, ਉਹ ਹੁਣ ਮੁਕਟ ਨੂੰ ਥੱਲੇ ਰੱਖ ਨਹੀਂ ਸੀ ਸਕਦੇ, ਕਿਉਂਕਿ ਉਹਨਾਂ ਕਿਹਾ ਕਿ ਇਸ ਤਰ੍ਹਾਂ ਅਨਾਦਰ ਹੋਵੇਗਾ। ਸਾਰੀ ਪੂਜਾ ਹੋ ਚੁੱਕੀ ਹੈ, ਹਾਰ ਨਹੀਂ ਪਿਆ। ਤਾਂ ਕਬੀਰ ਜੀ ਕਹਿਣ ਲੱਗੇ, ਰਾਮਾਨੰਦ ਜੀ ਇਸ ਤਰ੍ਹਾਂ ਨਾ ਕਰੋ, ਤੁਸੀਂ ਹਾਰ ਦੀ ਗੰਢ ਖੋਲੋ, ਗੰਢ ਖੋਲ ਕੇ ਤੁਸੀਂ ਇਸ ਹਾਰ ਨੂੰ ਜੋ ਹੈ ਪਾ ਕੇ ਫਿਰ ਗੰਢ ਬੰਨ੍ਹ ਦਿਓ। ਇਹ ਕੀ ਸੀ? ਇੱਕ ਜੁਗਤ। ਸਾਨੂੰ ਗੁਰਬਾਣੀ ਕੀ ਦੱਸਦੀ ਹੈ? ਇੱਕ ਜੁਗਤ। ਅਸੀਂ ਗੁਰੂ ਕੋਲ ਆ ਕੇ ਕੋਈ ਚੀਜ਼ ਮੰਗਦੇ ਹਾਂ, ਮੰਗ ਕੇ ਚਲੇ ਜਾਂਦੇ ਹਾਂ, ਪਰ ਕਦੇ ਅਸੀਂ ਗੁਰੂ ਕੋਲੋਂ ਇਹ ਪੁੱਛਿਆ ਕਿ ਗੁਰੂ ਸਾਹਿਬ ਕੀ ਕਹਿੰਦੇ ਹਨ? ਜੋ ਅਸੀਂ ਵਸਤੂ ਲੈ ਰਹੇ ਹਾਂ ਉਸ ਦਾ ਅਸੀਂ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ? ਅਸੀਂ ਕਈ ਵਾਰੀ ਬਹੁਤ ਕੁਝ ਮੰਗ ਲੈਂਦੇ ਹਨ, ਪਰ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਇਹ ਤੇ ਦੁੱਖਾਂ ਦਾ ਕਾਰਨ ਬਣ ਗਿਆ। ਉਹਦਾ ਕਾਰਨ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਕੋਲੋਂ ਅੱਗ ਲੈਣ ਜਾਈਏ ਤੇ ਅੱਗ ਲੈ ਕੇ ਘਰ ਆ ਜਾਈਏ ਤੇ ਉਸ ਕੋਲੋਂ ਇਹ ਨਾ ਪੁੱਛੀਏ ਕਿ ਅਸੀਂ ਅੱਗ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ। ਜਾ ਕੇ ਚੁੱਲ੍ਹੇ 'ਚ ਰੱਖਣੀ ਹੈ, ਉਸ ਨੂੰ ਕਿਤੇ ਇੱਧਰ ਉੱਧਰ ਦਾ ਖਿਲਾਰਾ ਨਹੀਂ ਪਾਉਣਾ। ਲੇਕਿਨ ਅਸੀਂ ਜਿਸ ਕੋਲੋਂ ਅੱਗ ਲੈ ਕੇ ਆਏ ਹਾਂ, ਅਗਰ ਅਸੀਂ ਉਹ ਚੀਜ਼ ਸੁਣੀ ਨਹੀਂ ਹੈ ਤਾਂ ਉਹ ਅੱਗ ਜਿਹੜੀ ਹੈ ਸਾਡਾ ਨੁਕਸਾਨ ਕਰ ਦਿੰਦੀ ਹੈ। ਇਸੇ ਤਰ੍ਹਾਂ ਅਸੀਂ ਗੁਰੂ ਕੋਲੋਂ ਜੇ ਕੁਝ ਮੰਗਦੇ ਹਾਂ, ਲੇਕਿਨ ਗੁਰੂ ਤੋਂ ਮੰਗਣ ਤੋਂ ਬਾਅਦ ਜੋ ਗੁਰੂ ਸਾਹਿਬ ਫਰਮਾਨ ਕਰਦੇ ਹਨ ਉਸ ਨੂੰ ਵੀ ਸੁਣਿਆ ਕਰੀਏ, ਤਾਂ ਕਿ ਸਾਨੂੰ ਉਹ ਜੋ ਜੁਗਤ ਜੋ ਦੱਸਦੇ ਹਨ ਕਿ ਇਹ ਬੰਦੇ, ਇਹ ਇਨਸਾਨ, ਤੂੰ ਇਸ ਨੂੰ ਵਰਤਣਾ ਕਿਸ ਤਰ੍ਹਾਂ ਹੈ, ਤੂੰ ਇਸ ਨੂੰ ਯੂਜ਼ ਕਿਸ ਤਰ੍ਹਾਂ ਕਰਨਾ ਹੈ। ਫਿਰ ਹੀ ਉਹ ਗੁਰੂ ਸਾਹਿਬ ਕੋਲ ਅਰਦਾਸ ਕਰਨ ਦਾ, ਮੰਗਣ ਦਾ ਫਾਇਦਾ ਹੈ। ਜੇ ਅਸੀਂ ਉਸ ਦੀ ਗੱਲ ਨਹੀਂ ਸੁਣਦੇ, ਜਿਸ ਤਰ੍ਹਾਂ ਬਾਬਾ ਜੀ ਕਹਿ ਰਹੇ ਸਨ ਕਿ ਅਮਲ ਕੀਤੇ ਤੋਂ ਬਿਨਾਂ ਕੋਈ ਵੀ ਚੀਜ਼ ਜੋ ਹੈ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ। ਉਹ ਜਦੋਂ ਹਾਰ ਪੈ ਗਿਆ ਤੇ ਰਾਮਾਨੰਦ ਜੀ ਨੂੰ ਅਹਿਸਾਸ ਹੋਇਆ ਕਿ ਮੈਂ ਤੇ ਆਪਣੇ ਆਪ ਨੂੰ ਬਹੁਤ ਪੂਜਾ ਕਰਨ ਵਾਲਾ ਸਮਝਦਾ ਸਾਂ, ਪਰ ਇਹ ਕਬੀਰ ਜੀ ਤੋਂ ਜੋ ਪੂਜਾ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ, ਇਹਨਾਂ ਨੇ ਮੈਨੂੰ ਜੁਗਤ ਦੱਸ ਦਿੱਤੀ ਹੈ। ਗੁਰੂ ਸਾਹਿਬ ਵੀ ਜੁਗਤ ਹੀ ਦੱਸਦੇ ਹਨ। ਅਸੰਖ ਪੂਜਾ, ਅਸੰਖ ਤਪਤਾ। ਉਹ ਕਹਿੰਦੇ ਅਸੰਖ ਤਰ੍ਹਾਂ ਦੀ ਪੂਜਾ ਹੈ, ਅਨੇਕ ਤਰ੍ਹਾਂ ਦੀ ਪੂਜਾ ਹੈ। ਇਹ ਬੰਦੇ ਜੋ ਤੂੰ ਪੂਜਾ ਕਰਦਾ ਹੈ, ਜਿਸ ਦੇ ਵਿੱਚ ਤੂੰ ਇਹ ਕਹਿਣਾ ਕਿ ਜਿਹੋ ਜਿਹੀ ਪੂਜਾ ਮੈਂ ਕਰਦਾ ਕੋਈ ਹੋਰ ਨਹੀਂ ਕਰਦਾ, ਇਸ ਗੱਲ ਨੂੰ, ਇਸ ਖਿਆਲ ਨੂੰ ਮਨ ਦੇ ਵਿੱਚੋਂ ਕੱਢ ਦੇ। ਉਸ ਦੀ ਪੂਜਾ ਕਰਨ ਵਾਲੇ ਅਨੇਕ ਹਨ ਔਰ ਅਨੇਕ ਤਰ੍ਹਾਂ ਦੀ ਹੀ ਪੂਜਾ ਹੈ। ਅਸੰਖ ਤਪਤਾਓ, ਅਸੰਖ ਪੂਜਾ, ਅਸੰਖ ਤਪਤਾਓ। ਹੁਣ ਬਹੁਤ ਤਰ੍ਹਾਂ ਦਾ ਤਪ ਹੈ। ਗੁਰੂ ਸਾਹਿਬ ਕਹਿੰਦੇ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਜਿੰਨੇ ਤਰ੍ਹਾਂ ਦਾ ਤਪ ਹੈ। ਹੁਣ ਸਵੇਰੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਤਪ ਹੈ। ਮੂਲ ਮੰਤਰ ਦਾ ਜਾਪ ਕਰਨਾ ਤਪ ਹੈ। ਗੁਰਮੰਤਰ ਦਾ ਜਾਪ ਕਰਨਾ ਤਪ ਹੈ। ਜਤੀ ਸਤੀ ਰਹਿਣਾ ਤਪ ਹੈ। ਧੂਣੀਆਂ ਤਪਾ ਕੇ ਧੁੱਪ ਵਿੱਚ ਰਹਿ ਕੇ ਭਗਤੀ ਕਰਦੇ ਹਨ, ਉਹ ਵੀ ਤਪ ਹੈ। ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣਾ, ਆਪਣੇ ਮਨ ਤੇ ਕਾਬੂ ਪਾਉਣਾ, ਇਹ ਸਾਰੇ ਤਪ ਹਨ।
ਗੁਰੂ ਸਾਹਿਬ ਜੀ ਕਹਿੰਦੇ ਹਨ, ਅਸੰਖ ਤਰ੍ਹਾਂ ਦੀ ਪੂਜਾ, ਅਨੰਤ ਤਰ੍ਹਾਂ ਦੀ ਪੂਜਾ ਹੈ ਔਰ ਅਨੰਤ ਤਰ੍ਹਾਂ ਦਾ ਹੀ ਤਪ ਹੈ। ਇਹ ਬੰਦੇ, ਤੂੰ ਜਿਸ ਤਪ ਤੇ ਯਕੀਨ ਕਰਦਾ ਹੈ ਉਸ ਨੂੰ ਕਰ, ਪਰ ਉਹਦੇ ਵਿੱਚ ਜਿਹੜੀ ਪ੍ਰੇਮ ਭਾਵਨਾ ਹੈ ਉਸ ਪਰਿਪੂਰਨ ਪਰਮਾਤਮਾ ਦੇ ਲਈ ਜ਼ਰੂਰ ਹੋਵੇ, ਨਹੀਂ ਤੇ ਉਹ ਤੇਰਾ ਕੀਤਾ ਹੋਇਆ ਤਪ ਨਿਫਲ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ। ਗ੍ਰੰਥ ਜੋ ਹਨ ਬਹੁਤ ਸਾਰੇ ਹਨ। ਜੇ ਅਸੀਂ ਇਸ ਧਰਤੀ ਦੇ ਹੀ ਲਾ ਲਈਏ, 27 ਸਿਮਰਤੀਆਂ ਹਨ, 18 ਪੁਰਾਣ ਹਨ, 6 ਸ਼ਾਸਤਰ ਹਨ, 4 ਵੇਦ ਹਨ, ਅਜ਼ੀਲ ਹੈ, ਬਾਈਬਲ ਹੈ, ਕੁਰਾਨ ਹੈ ਤੇ ਮਹਾਗ੍ਰੰਥ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਫਿਰ ਭਗਤਾਂ ਦੀ ਬਾਣੀ, ਭਗਤਾਂ ਦੇ ਉਸ ਪ੍ਰਭੂ ਦੇ ਪ੍ਰੇਮ ਦੇ ਨਾਲ ਭਗਤਾਂ ਦੇ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਬਾਣੀ, ਅਨੇਕਾਂ ਤਰ੍ਹਾਂ ਦੇ ਗੁਟਕੇ, ਗੁਰਬਾਣੀ ਦੇ ਸਟੀਕ, ਕਿਤਨਾ ਗ੍ਰੰਥ ਹੈ, ਕਿਤਨੇ ਗ੍ਰੰਥ ਇਕੱਠੇ ਹੋ ਜਾਂਦੇ ਹਨ। ਇਹ ਬੰਦੇ ਅਸੰਖ ਗ੍ਰੰਥ ਹਨ, ਬਹੁਤ ਤਰ੍ਹਾਂ ਦੇ ਗ੍ਰੰਥ ਹਨ ਜਿਹੜੇ ਇਸ ਸੰਸਾਰ ਦੇ ਵਿੱਚ ਹਨ, ਪਰ ਤੂੰ ਕਿਸ ਗ੍ਰੰਥ ਨੂੰ ਮੰਨਦਾ ਹੈ? ਸਾਰੇ ਗ੍ਰੰਥਾਂ ਦੇ ਵਿੱਚ ਇੱਕੋ ਹੀ ਚੀਜ਼ ਹੈ, ਪ੍ਰੇਮ ਭਾਵ, ਉਸ ਪਿਤਾ ਦੇ ਨਾਲ ਪ੍ਰੇਮ ਕਰਨਾ। ਤੂੰ ਉਸ ਪ੍ਰੇਮ ਦੇ ਨਾਲ ਜਿਸ ਨੂੰ ਵੀ ਪੜ੍ਹਦਾ ਹੈ, ਉਸ ਪ੍ਰਭੂ ਦਾ ਨਾਮ ਲੈਂਦਾ ਹੈ, ਚਾਹੇ ਰਾਮ ਕਹਿੰਦਾ ਹੈ, ਚਾਹੇ ਅੱਲਾ ਕਹਿੰਦਾ ਹੈ, ਚਾਹੇ ਰਹੀਮ ਕਹਿੰਦਾ ਹੈ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਇੱਕ ਸੰਦੇਸ਼ਾ ਜੋ ਹੈ ਉਸ ਪ੍ਰਭੂ ਤੱਕ ਹੀ ਪਹੁੰਚਦਾ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ। ਹੁਣ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਮੁਖ ਹਨ ਉਹ ਵੀ ਅਨੇਕਾਂ ਤਰ੍ਹਾਂ ਦੇ ਹਨ। ਅਨੇਕਾਂ ਤਰ੍ਹਾਂ ਦੇ ਮੁਖ ਜੋ ਹਨ ਉਸ ਪਿਤਾ ਦੀ ਬਾਣੀ ਨੂੰ ਪੜ੍ਹਦੇ ਹਨ, ਉਸ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ। ਤੂੰ ਇਕੱਲਾ ਨਹੀਂ ਹੈ। ਆਪਣੇ ਇਸ ਹੰਕਾਰ ਦੇ ਵਿੱਚ ਨਾ ਰਹੇ ਕਿ ਜੈਸੀ ਪੂਜਾ ਮੈਂ ਕਰਦਾ ਹਾਂ, ਜੈਸਾ ਨਾਮ ਮੈਂ ਜਪਦਾ ਹਾਂ, ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਹਮੇਸ਼ਾ ਹੀ ਆਪਣੇ ਆਪ ਨੂੰ ਉਸ ਪਿਤਾ ਦੇ ਚਰਨਾਂ ਦੇ ਵਿੱਚ ਨਿਗਾਹ ਟਿਕਾਈ ਰੱਖੀ, ਆਪਣੇ ਆਪ ਨੂੰ ਨੀਵਾਂ ਰੱਖੀ, ਕਿਉਂਕਿ ਹੰਕਾਰ ਇੱਕ ਐਸੀ ਚੀਜ਼ ਹੈ ਜੋ ਇਨਸਾਨ ਦੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਸਭ ਤੋਂ ਵੱਡੀ ਰੁਕਾਵਟ ਹੈ। ਜਦ ਤੱਕ ਅਸੀਂ ਹੰਕਾਰ ਦੇ ਬੋਲਾਂ ਤੋਂ, ਉਸ ਹੰਕਾਰ ਦੀ ਬਾਣੀ ਤੋਂ ਪਾਸੇ ਨਹੀਂ ਹੁੰਦੇ, ਅਸੀਂ ਪ੍ਰਭੂ ਨੂੰ ਮਿਲ ਨਹੀਂ ਸਕਦੇ। ਉਸ ਦੀ ਬਾਣੀ ਦਾ ਰਸ, ਉਸ ਦੇ ਪਿਆਰ ਦਾ ਰਸ ਅਸੀਂ ਮਾਣ ਨਹੀਂ ਸਕਦੇ। ਜੇ ਅਸੀਂ ਮਾਂ-ਬਾਪ ਦੀ ਗੱਲ ਨੂੰ ਨਹੀਂ ਮੰਨਦੇ ਤਾਂ ਅਸੀਂ ਉਹਨਾਂ ਦੇ ਪਿਆਰ ਦਾ ਰਸ ਵੀ ਨਹੀਂ ਮਾਣਦੇ। ਇਸੇ ਤਰ੍ਹਾਂ ਹੀ ਉਸ ਪ੍ਰਭੂ ਦੇ ਪ੍ਰੇਮ ਦਾ ਰੰਗ ਜੇ ਮਾਨਣਾ ਹੈ ਤੇ ਉਸ ਨੂੰ ਪ੍ਰੇਮ ਕਰੋ, ਹਰ ਇੱਕ ਨੂੰ ਪ੍ਰੇਮ ਕਰੋ, ਹਰ ਇੱਕ ਦੇ ਵਿੱਚ ਉਹੀ ਹੈ। ਅਸੰਖ ਜੋਗ ਮਨ ਰਹੇ ਉਦਾਸ। ਜੋਗ, ਜੋਗ ਦਾ ਮਤਲਬ ਹੈ ਜੁੜਨ ਦੀ ਸਾਧਨਾ ਕਰਨੀ। ਉਹ ਪਰਿਪੂਰਨ ਪਰਮਾਤਮਾ ਨੂੰ ਮਿਲਣ ਦੇ ਲਈ ਅਨੇਕਾਂ ਹੀ ਲੋਕ ਜੋਗ ਕਰ ਰਹੇ ਹਨ, ਜੋਗੀ ਹਨ ਜੋ ਉਸ ਪਰਮਾਤਮਾ ਨਾਲ ਜੁੜਨ ਦਾ ਉਪਾਅ ਕਰ ਰਹੇ ਹਨ। ਅਸੰਖ ਹੀ ਹਨ। ਜੋਗ, ਅਸੰਖ ਜੋਗ ਮਨ ਰਹੇ ਉਦਾਸ। ਔਰ ਐਸੇ ਬਹੁਤ ਸਾਰੇ ਹਨ, ਅਨੰਤ ਹਨ, ਅਨੇਕਾਂ ਹਨ ਜੋ ਉਦਾਸ ਰਹਿੰਦੇ ਹਨ। ਉਦਾਸ ਰਹਿਣਾ ਉਸ ਪਰਮਾਤਮਾ ਨੂੰ ਪਾਉਣ ਦਾ ਇੱਕ ਐਸਾ ਤਰੀਕਾ ਹੈ। ਜਦ ਤੱਕ ਅਸੀਂ ਉਪਰਾਮ ਨਾ ਹੋਈਏ, ਦੁਨੀਆ ਤੋਂ ਉਦਾਸ ਨਾ ਹੋਈਏ, ਉਦੋਂ ਤੱਕ ਅਸੀਂ ਉਸ ਪਰਮ ਪਿਤਾ ਵੱਲ ਨਹੀਂ ਝੁਕਦੇ। ਜਦ ਤੱਕ ਸਾਡੇ ਜੀਵਨ ਦੇ ਸੁੱਖ ਬਣੇ ਰਹਿੰਦੇ ਹਨ, ਜਦ ਤੱਕ ਸਾਡੇ ਜੀਵਨ ਦੀ ਹਰ ਇੱਕ ਸ਼ਾਖਾ ਹਰੀ ਰਹਿੰਦੀ ਹੈ, ਸਾਨੂੰ ਉਹ ਪਰਿਪੂਰਨ ਪਰਮਾਤਮਾ ਯਾਦ ਨਹੀਂ ਹੁੰਦਾ। ਲੇਕਿਨ ਜਦੋਂ ਅਸੀਂ ਇਸ ਦੁਨੀਆ ਤੋਂ ਉਪਰਾਮ ਹੋ ਜਾਂਦੇ ਹਾਂ, ਇਸ ਦੁਨੀਆ ਦੀਆਂ ਠੋਕਰਾਂ ਤੋਂ ਉਦਾਸ ਹੋ ਜਾਂਦੇ ਹਾਂ, ਹਰ ਚਾਰਾ ਕਰਨ ਦੇ ਬਾਵਜੂਦ ਅਸੀਂ ਇਨਸਾਨਾਂ ਨਾਲ ਜੁੜਦੇ ਹਾਂ, ਪ੍ਰੇਮ ਕਰਦੇ ਹਾਂ, ਠੋਕਰ ਖਾਂਦੇ ਹਾਂ, ਫਿਰ ਸੋਚਦੇ ਹਾਂ ਅਸੀਂ ਇੰਨਾ ਕੀਤਾ ਸੀ, ਇਸਨੇ ਕੁਛ ਨਹੀਂ ਕੀਤਾ। ਇਹ ਨਹੀਂ ਹੈ। ਗੁਰਬਾਣੀ ਦਾ ਆਧਾਰ, ਉਸ ਪਿਤਾ ਦਾ ਆਧਾਰ ਇਹ ਹੀ ਹੈ ਜੋ ਬਚਪਨ ਵਿੱਚ ਸੁਣਦੇ ਆਏ ਸੀ, ਨੇਕੀ ਕਰ ਕੁएं में डाल। ਤੇਰਾ ਕਰਮ ਹੈ ਨੇਕੀ ਕਰਨਾ। ਤੇਰਾ ਕਰਮ ਇਹ ਨਹੀਂ ਹੈ ਕਿ ਜਿਸ ਨਾਲ ਤੂੰ ਨੇਕੀ ਕੀਤੀ ਹੈ ਉਹ ਤੇਰੇ ਨਾਲ ਕਿਸ ਤਰ੍ਹਾਂ ਕਰਦਾ ਹੈ।
ਐ ਬੰਦੇ ਤੂੰ ਆਪਣੇ ਆਪ ਨੂੰ ਇਸ ਦੁਨੀਆ ਤੋਂ ਉਪਰਾਮ ਕਰਕੇ ਜੇ ਉਦਾਸ ਹੋਣਾ ਹੈ ਤੂੰ, ਜੋਗ ਸ਼ਬਦ ਜੋ ਹੈ, ਜੋਗ ਦਾ ਜਿਹੜਾ ਜਨਮ ਹੈ ਉਹ ਹੁੰਦਾ ਹੀ ਉਦਾਸੀ ਤੋਂ ਹੈ। ਜੋ ਸੰਸਾਰ ਤੋਂ ਉਦਾਸ ਨਹੀਂ ਹੈ ਉਹ ਉਸ ਪਰਮਾਤਮਾ ਨੂੰ ਮਿਲਣ ਦੀ ਆਸ ਵੀ ਨਹੀਂ ਕਰ ਸਕਦਾ, ਕਿਉਂਕਿ ਉਹ ਸੰਸਾਰ ਦੇ ਸੁੱਖਾਂ ਤੋਂ ਉੱਪਰ ਨਹੀਂ ਉੱਠ ਸਕਦਾ। ਔਰ ਪਰਮਾਤਮਾ ਨੂੰ ਮਿਲਣ ਦੇ ਲਈ ਸਾਨੂੰ ਦੁਨੀਆ ਤੋਂ ਉੱਪਰ ਉੱਠਣਾ ਜ਼ਰੂਰੀ ਹੈ, ਸਾਨੂੰ ਸਾਡੇ ਸੁੱਖਾਂ ਤੋਂ ਉੱਪਰ ਉੱਠਣਾ ਜ਼ਰੂਰੀ ਹੈ। ਇੱਕ ਭਗਤ ਦੀ ਔਰ ਇੱਕ ਸੰਸਾਰੀ ਦੀ ਗੱਲ ਇਹ ਹੀ ਹੁੰਦੀ ਹੈ। ਜਿਹੜਾ ਇੱਕ ਸੰਸਾਰੀ ਹੈ ਉਹ ਕਹਿੰਦਾ ਹੈ ਕਿ ਐ ਪਰਮਾਤਮਾ, ਮੇਰੀ ਝੋਲੀ ਇਤਨੀ ਵੱਡੀ ਸੀ, ਤੂੰ ਮੈਨੂੰ ਕੀ ਦਿੱਤਾ? ਤੂੰ ਤੇ ਮੇਰੀ ਇੰਨੀ ਵੱਡੀ ਝੋਲੀ ਦੇ ਵਿੱਚ ਕੁਝ ਵੀ ਨਹੀਂ ਪਾਇਆ। ਤਾਨੇ ਮਿਹਣੇ, ਉਸ ਪਰਮਾਤਮਾ ਦੇ ਨਾਲ ਨਾਰਾਜ਼ਗੀ ਕਰਨੀ, ਉਸ ਨੂੰ ਤੂੰ ਇਤਨਾ ਦਿੱਤਾ ਹੈ। ਔਰ ਦੂਸਰੇ ਪਾਸੇ ਭਗਤ ਉਹ ਕਹਿੰਦਾ ਹੈ, ਐ ਪਰਮਾਤਮਾ, ਮੇਰੀ ਝੋਲੀ ਤੇ ਬਹੁਤ ਛੋਟੀ ਸੀ, ਤੂੰ ਮੈਨੂੰ ਇਤਨਾ ਦੇ ਦਿੱਤਾ, ਇਹਦੇ ਵਿੱਚੋਂ ਤੇ ਡੁੱਲ ਡੁੱਲ ਕੇ ਪੈਂਦਾ ਹੈ, ਮੈਂ ਇਸ ਨੂੰ ਸੰਭਾਲ ਨਹੀਂ ਸਕਦਾ, ਮੈਨੂੰ ਤੂੰ ਇੰਨਾ ਦੇ ਦਿੱਤਾ ਹੈ, ਮੇਰੀ ਔਕਾਤ ਨਹੀਂ ਸੀ ਇੰਨੀ ਜਿੰਨਾ ਤੂੰ ਮੈਨੂੰ ਦੇ ਦਿੱਤਾ ਹੈ। ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਵੀ ਲਾਈਏ, ਅੱਜ ਜਿਸ ਜਗ੍ਹਾ ਅਸੀਂ ਬੈਠੇ ਹਾਂ ਜਾਂ ਜੋ ਜੀਵਨ ਦੇ ਵਿੱਚ ਹਰ ਇੱਕ ਨੇ ਪ੍ਰਾਪਤ ਕੀਤਾ ਹੈ, ਅਸੀਂ ਲਾਈਏ ਤੇ ਦੇਖੀਏ ਤੇ ਉਸ ਪਰਮਾਤਮਾ ਨੇ ਸਾਨੂੰ ਕੀ ਕੁਝ ਦਿੱਤਾ ਹੈ, ਉਸ ਪਰਮਾਤਮਾ ਨੇ ਸਾਨੂੰ ਕਿੰਨਾ ਦਿੱਤਾ ਹੈ। ਉਸ ਦਾ ਅੰਦਾਜ਼ਾ ਅਸੀਂ ਤਾਂ ਹੀ ਲਾ ਸਕਦੇ ਹਾਂ ਜੇ ਅਸੀਂ ਦੁਨੀਆ ਦੀ ਅੱਖ ਨਾਲ ਨਾ ਦੇਖੀਏ, ਆਪਣੇ ਅੰਤਰਾਤਮਾ ਦੀ ਅੱਖ ਨਾਲ ਦੇਖੀਏ, ਤੇ ਸਾਨੂੰ ਉਸ ਚੀਜ਼ ਦਾ ਗਿਆਨ ਜ਼ਰੂਰ ਹੋਵੇਗਾ। ਪਰਮਾਤਮਾ ਦੀ ਜਦੋਂ ਤੱਕ ਅਸੀਂ ਪਰਮਾਤਮਾ ਦੀ ਮਹਿਮਾ ਨੂੰ ਸਾਹਮਣੇ ਨਹੀਂ ਰੱਖਦੇ, ਉਦੋਂ ਤੱਕ ਸਾਨੂੰ ਦੁਨੀਆ ਜੋ ਹੈ ਉਹ ਛੋਟੀ ਪ੍ਰਤੀਤ ਨਹੀਂ ਹੁੰਦੀ। ਜਦੋਂ ਅਸੀਂ ਪਿਤਾ ਦੀ ਮਹਾਨਤਾ ਨੂੰ ਅੱਗੇ ਰੱਖਾਂਗੇ, ਸਾਨੂੰ ਇਹ ਦੁਨੀਆ ਛੋਟੀ ਨਜ਼ਰ ਆਵੇਗੀ। ਔਰ ਜਦ ਇਹ ਦੁਨੀਆ ਛੋਟੀ ਨਜ਼ਰ ਆਵੇਗੀ, ਉਸ ਵੇਲੇ ਸਾਡਾ ਮਨ ਜੋ ਹੈ ਉਹ ਉਦਾਸੀ ਦੇ ਵਿੱਚ ਜਾਵੇਗਾ। ਉਦਾਸ ਹੋਣਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਇੱਕ ਸੰਪਰਦਾ ਚੁਰਾਈ ਸੀ, ਉਦਾਸੀ ਸੰਪਰਦਾ। ਉਦਾਸ ਰਹਿਣਾ ਦੁਨੀਆ ਤੋਂ, ਇੱਕ ਰੁੱਖ ਦੇ ਥੱਲੇ ਬੈਠੇ ਰਹਿੰਦੇ ਸਨ, ਗ੍ਰਸਤੀ ਜੀਵਨ ਤੋਂ ਕਿਨਾਰਾ, ਸੰਸਾਰ ਤੋਂ ਕਿਨਾਰਾ। ਅੱਜ ਵੀ ਦੁਨੀਆ ਦੇ ਵਿੱਚ ਉਹਨਾਂ ਦਾ ਮਤ ਚੱਲਦਾ ਹੈ। ਉਦਾਸ ਲੋਕ ਜਿਹੜੇ ਜੋਗੀ ਨੇ, ਉਦਾਸੀਆਂ ਦੇ ਵਿੱਚ ਰਹਿੰਦੇ ਨੇ, ਉਪਰਾਮ ਰਹਿੰਦੇ ਨੇ, ਸੰਸਾਰ ਤੋਂ ਟੁੱਟ ਕੇ ਉਸ ਪਰਮਾਤਮਾ ਦੀ ਲੜੀ ਦੇ ਨਾਲ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣ ਦੇ ਚਾਹਵਾਨ ਜੋ ਹਨ, ਉਹ ਉਦਾਸੀ ਮਤ ਅੱਜ ਵੀ ਚੱਲ ਰਿਹਾ ਹੈ। ਧੰਨ ਧੰਨ ਬਾਬਾ ਕਬੀਰ ਜੀ, ਉਹਨਾਂ ਨੇ ਵੀ ਇਸ ਸੰਬੰਧ ਦੇ ਵਿੱਚ ਕਿਹਾ ਹੈ, ਮਾਇਆ ਮੇਂ ਜਿਸ ਰੱਖੇ ਉਦਾਸ, ਕਹਿਤ ਕਬੀਰ ਹੋਤਾ ਕੋ ਦਾਸ। ਉਹ ਕਹਿੰਦਾ ਹੈ ਜਿਹੜਾ ਗ੍ਰਸਤੀ ਨਹੀਂ ਹੈ, ਉਦਾਸ ਹੈ ਦੁਨੀਆ ਤੋਂ, ਠੀਕ ਹੈ, ਪਰ ਜੋ ਇਨਸਾਨ ਗ੍ਰਸਤੀ ਹੈ, ਉਸ ਦਾ ਪਰਿਵਾਰ ਹੈ, ਬੱਚੇ ਹਨ, ਕਿਰਤ ਕਰਦਾ ਹੈ, ਔਰ ਫਿਰ ਉਦਾਸ ਰਹਿੰਦਾ ਹੈ, ਮੈਂ ਉਸ ਦਾ ਦਾਸ ਹਾਂ, ਮੈਂ ਉਸ ਦਾ ਚੇਲਾ ਹਾਂ। ਕਬੀਰ ਜੀ ਕਹਿੰਦੇ ਹਨ, ਮੈਂ ਉਸ ਪੁਰਸ਼ ਦਾ ਚੇਲਾ ਹਾਂ ਜੋ ਜੀਵਨ ਦੀ ਸਾਰੀ ਕਿਰਿਆ ਕਰਦਾ ਹੋਇਆ ਵੀ ਉਸ ਪਿਤਾ ਦੇ ਪਿਆਰ ਦੇ ਵਿੱਚ ਉਦਾਸ ਹੈ, ਉਸ ਪਿਤਾ ਨੂੰ ਮਿਲਣ ਦੇ ਲਈ ਤਤਪਰ ਹੈ, ਮੈਂ ਉਸ ਦਾ ਚੇਲਾ ਹਾਂ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸਾ। ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਨ ਕੀਤਾ ਹੈ, ਆਸ, ਪੁੱਤਰ ਦੀ ਆਸ ਹੈ, ਮਿਲ ਗਿਆ ਹੈ, ਠੀਕ ਹੈ, ਨਹੀਂ ਮਿਲਿਆ ਕੋਈ ਗਿਲਾ ਨਹੀਂ ਹੈ। ਧਨ ਦੀ ਆਸ ਹੈ, ਮਿਲ ਗਿਆ ਹੈ, ਠੀਕ ਹੈ, ਨਹੀਂ ਮਿਲਿਆ ਕੋਈ ਗਿਲਾ ਨਹੀਂ ਹੈ। ਇਸ ਨੂੰ ਹੀ ਕਹਿੰਦੇ ਹਨ ਉਦਾਸੀ। ਜੋ ਚੀਜ਼ ਉਸ ਪਰਮਾਤਮਾ ਤੋਂ ਮਿਲ ਗਈ ਹੈ ਸਤ ਹੈ, ਜੋ ਨਹੀਂ ਮਿਲਿਆ ਹੈ ਉਸ ਦੇ ਲਈ ਕਦੇ ਵੀ ਉਸ ਪਰਮਾਤਮਾ ਨੂੰ ਉਲਾਮਾ ਨਹੀਂ ਦੇਣਾ। ਇਹੀ ਸਮਝਣਾ ਕਿ ਜੋ ਸਾਡੇ ਕਰਮਾਂ ਦੇ ਵਿੱਚ ਹੈ ਉਹ ਪਰਮਾਤਮਾ ਨੇ ਸਾਨੂੰ ਦੇ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਫਰਮਾਨ ਹੈ, ਇਹ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਕਿ ਸਭ ਕੁਝ ਕਰਦਿਆਂ ਹੋਇਆਂ ਉਸ ਪਿਤਾ ਦੇ ਲਈ ਉਦਾਸ ਰਹਿਣਾ, ਉਸ ਉਦਾਸੀ ਵਿੱਚ ਰਹਿਣਾ, ਇਹੀ ਜੋ ਹੈ ਉਹ ਪਰਮ ਚੀਜ਼ ਹੈ ਉਸ ਪਰਮਾਤਮਾ ਨੂੰ ਮਿਲਣ ਦੇ ਲਈ। ਉਸ ਤੋਂ ਅੱਗੇ ਗੁਰੂ ਸਾਹਿਬ ਫਰਮਾਨ ਕਰਦੇ ਹਨ, ਅਸੰਖ ਭਗਤ ਗੁਣ ਗਿਆਨ ਵਿਚਾਰ। ਭਗਤ ਜੋ ਹਨ ਉਹ ਵੀ ਅਨੇਕਾਂ ਤਰ੍ਹਾਂ ਦੇ ਹਨ। ਭਗਤ ਜੋ ਹੈ ਹਰ ਦੇਸ਼ ਦੇ ਵਿੱਚ, ਹਰ ਕੁਲ ਦੇ ਵਿੱਚ,
ਹਰ ਸ਼ਹਿਰ ਦੇ ਵਿੱਚ ਵੀ ਹੋ ਸਕਦਾ ਹੈ, ਹਰ ਜਗ੍ਹਾ ਕਿਸੇ ਵੀ ਦੇਸ਼ ਦੇ ਵਿੱਚ ਭਗਤ ਹੁੰਦਾ ਹੈ। ਜਿਸ ਤਰ੍ਹਾਂ ਇੱਕ ਗੰਨੇ ਦਾ ਪੌਦਾ ਹੀ ਲੈ ਲਓ, ਉਸ ਨੂੰ ਕਿਸੇ ਵੀ ਦੇਸ਼ ਦੀ ਧਰਤੀ ਦੇ ਉੱਤੇ ਬੀਜ ਦਿਓ, ਉਹ ਧਰਤੀ ਦੇ ਵਿੱਚੋਂ ਮਿਠਾਸ ਕੱਢ ਲੈਂਦਾ ਹੈ। ਇਸੇ ਤਰ੍ਹਾਂ ਹੀ ਜੋ ਭਗਤ ਹੈ ਉਹ ਕਿਤੇ ਵੀ ਉਸ ਪ੍ਰਭੂ ਦਾ ਨਾਮ ਲੈਂਦਾ ਹੈ, ਉਸ ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਉਹ ਉਸ ਨਾਮ ਦਾ ਰਸ ਲੈ ਲੈਂਦਾ ਹੈ, ਉਸ ਪਰਮਾਤਮਾ ਦੇ ਰਸ ਨੂੰ ਉਹ ਪ੍ਰਾਪਤ ਕਰ ਲੈਂਦਾ ਹੈ। ਅਸੰਖ ਭਗਤ ਗੁਣ ਗਿਆਨ ਵਿਚਾਰ। ਹੁਣ ਐਸੇ ਅਨੇਕਾਂ ਤਰ੍ਹਾਂ ਦੇ ਗੁਣੀ ਹਨ, ਦਾਰਸ਼ਨਿਕ ਹਨ, ਭਗਤ ਹਨ, ਜਿਹੜੇ ਉਸ ਦੇ ਗੁਣਾਂ ਦਾ, ਉਸ ਪਿਤਾ ਦੇ ਗੁਣਾਂ ਦਾ ਵਿਚਾਰ ਕਰਦੇ ਹਨ। ਉਸ ਪਿਤਾ ਦੇ ਵਿਚਾਰ ਕਰਦਿਆਂ ਹੀ ਪਤਾ ਲੱਗਾ ਉਹ ਰਾਮ ਹੈ, ਉਹ ਰਹੀਮ ਹੈ, ਉਹ ਅੱਲਾ ਹੈ, ਉਹ ਵਾਹਿਗੁਰੂ ਹੈ, ਉਹ ਬੀਠਲ ਹੈ, ਉਹ ਗੋਪਾਲ ਹੈ। ਗੋਪਾਲ ਦਾ ਮਤਲਬ ਹੁੰਦਾ ਹੈ, ਗੋ ਦਾ ਮਤਲਬ ਹੁੰਦਾ ਹੈ ਧਰਤੀ, ਪਾਲ ਦਾ ਮਤਲਬ ਹੈ ਪਾਲਣਾ ਕਰਨਾ, ਉਸ ਨੂੰ ਪਾਲਦਾ ਹੈ। ਅੱਲਾ ਦਾ ਮਤਲਬ ਹੈ ਆਲੇ ਦਰਜੇ ਦਾ, ਰਾਮ ਦਾ ਮਤਲਬ ਹੈ ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ। ਇਹ ਜੋ ਉਸ ਪ੍ਰਭੂ ਦੀ ਵਿਚਾਰ ਸੀ, ਜੋ ਭਗਤਾਂ ਨੇ ਕੀਤੀ, ਜੋ ਦਾਰਸ਼ਨਿਕਾਂ ਨੇ ਕੀਤੀ, ਜੋ ਉਸ ਪਿਤਾ ਨੂੰ ਮਿਲੇ, ਉਹਨਾਂ ਤੋਂ ਹੀ ਇਹ ਜੋ ਭਾਵ ਹੈ ਉਹ ਪੈਦਾ ਹੋਇਆ। ਉਸ ਪਰਮਾਤਮਾ ਦੇ ਗੁਣ ਜੋ ਹਨ ਉਹ ਜ਼ਾਹਰ ਹੋਏ ਕਿ ਉਹ ਕਿਸ ਤਰ੍ਹਾਂ ਦਾ ਹੈ। ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਮਿਹਰਬਾਨ ਹੈ। ਇਹ ਚੀਜ਼ਾਂ ਉਸ ਦੇ ਵਿਚਾਰ ਤੋਂ ਹੀ, ਉਹਨਾਂ ਵਿਚਾਰਾਂ ਤੋਂ ਹੀ ਪੈਦਾ ਹੋਈਆਂ। ਉਹਨਾਂ ਵਿਚਾਰਾਂ ਦੇ ਨਾਲ ਹੀ ਉਹ ਪ੍ਰਭੂ ਨੂੰ ਮਿਲੇ ਹਨ, ਉਸ ਪਿਤਾ ਨੂੰ ਮਿਲੇ ਹਨ। ਇਸ ਲਈ ਪਿਤਾ ਜੀ ਕਹਿੰਦੇ ਹਨ ਅਸੰਖ ਭਗਤ ਹਨ, ਅਨੇਕਾਂ ਤਰ੍ਹਾਂ ਦੇ ਭਗਤ ਹਨ, ਗਿਣਤੀ ਨਹੀਂ ਕੀਤੀ ਜਾ ਸਕਦੀ ਭਗਤਾਂ ਦੀ, ਔਰ ਐਸੇ ਲੋਕਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਜੋ ਉਸ ਦੇ ਗੁਣਾਂ ਦੀ ਵਿਚਾਰ ਕਰ ਰਹੇ ਹਨ। ਅਸੰਖ ਸੂਰ ਮੋਹ ਪਖਸਾਰ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਸਤੀ, ਸਤੀ ਦਾ ਮਤਲਬ ਹੁੰਦਾ ਹੈ ਸਤਵਾਦੀ। ਐਸੇ ਬਹੁਤ ਸਾਰੇ ਲੋਕ ਹਨ, ਗਿਣਤੀ ਤੋਂ ਅਲੱਗ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜੋ ਇਹ ਕਹਿੰਦੇ ਹਨ ਕਿ ਸਾਡਾ ਬੋਲਣਾ ਸੱਚ ਹੋਵੇ, ਸਾਡਾ ਤੁਰਨਾ ਸੱਚੇ ਮਾਰਗ ਤੇ ਹੋਵੇ, ਸਾਡੀ ਸੁਣਨੀ ਸੱਚੀ ਹੋਵੇ, ਸਾਡਾ ਹਰ ਕੰਮ ਜੋ ਹੈ ਉਹ ਸੱਚ ਦੇ ਨਾਲ ਜੁੜਿਆ ਹੋਵੇ। ਸੱਚ ਕੀ ਹੈ? ਉਹ ਪਰਿਪੂਰਨ ਪਰਮਾਤਮਾ। ਐਸੇ ਵੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬਹੁਤ ਐਸੇ ਅਸੰਖ ਸਤੀ ਹਨ, ਅਸੰਖ ਦਾਤਾਰ, ਦਾਤਾਂ ਦੇਣ ਵਾਲੇ ਵੀ ਅਨੇਕਾਂ ਹਨ। ਕੋਈ ਧਨ ਦਾ ਦਾਨ ਕਰਦਾ ਹੈ, ਕੋਈ ਵਸਤਰਾਂ ਦਾ ਦਾਨ ਕਰਦਾ ਹੈ, ਕੋਈ ਜਾਨ ਦਾ ਹੀ, ਆਪਣੀ ਜਾਨ ਹੀ ਦਾਅ ਤੇ ਲਾ ਦਿੰਦਾ ਹੈ, ਕੋਈ ਆਪਣੀ ਜਾਨ ਦਾ ਦਾਨ ਕਰ ਦਿੰਦਾ ਹੈ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹੁਤ ਸਾਰੇ ਸਿੱਖ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ, ਜਿਨ੍ਹਾਂ ਨੂੰ ਸਰਬੰਸ ਦਾਨੀ ਕਿਹਾ ਜਾਂਦਾ ਹੈ, ਪਿਤਾ ਵਾਰੇ, ਮਾਤਾ ਵਾਰੇ, ਪੁੱਤਰ ਵਾਰ ਦਿੱਤੇ ਚਾਰੇ, ਫਿਰ ਆਪਣਾ ਜੀਵਨ ਸੀ ਉਹ ਵੀ ਵਾਰ ਦਿੱਤਾ। ਜੋ ਮੈਲ ਮਾੜੀਆਂ, ਜੋ ਕੁਛ ਵੀ ਸੀ, ਧਨ ਸੀ, ਸਭ ਉਹ ਦਾਨ ਕਰ ਦਿੱਤਾ। ਇਹੀ ਜੋ ਅਵਸਥਾ ਹੈ, ਜੋ ਆਪਣੇ ਆਪ ਦਾ ਨਾ ਸੋਚ ਕੇ ਦੂਸਰਿਆਂ ਲਈ ਸੋਚਣਾ, ਆਪਣੀ ਕੌਮ ਲਈ, ਆਪਣੇ ਧਰਮ ਲਈ, ਉਸ ਪਿਤਾ ਦੇ ਲਈ, ਉਸ ਦੇ ਪਿਆਰ ਦੇ ਲਈ ਸੋਚਣਾ, ਇਹੀ ਧਰਮ ਹੈ। ਉਹਨਾਂ ਨੂੰ ਇਸੇ ਲਈ ਸਰਬੰਸਦਾਨੀ ਕਿਹਾ ਜਾਂਦਾ ਸੀ, ਜਿਨ੍ਹਾਂ ਨੇ ਆਪਣੇ ਦੇਸ਼ ਲਈ, ਆਪਣੀ ਕੌਮ ਦੇ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਇਸੇ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਅਸੰਖ ਸਤੀ ਅਸੰਖ ਦਾਤਾਰ। ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਅਸੰਖ ਸੂਰ ਮੋਹ ਪਖਸਾਰ। ਸੂਰ ਕਹਿੰਦੇ ਹਨ ਸੂਰਮੇ ਨੂੰ। ਐਸੇ ਅਨੇਕਾਂ ਹੀ ਸੂਰਮੇ ਹਨ ਜੋ ਜੰਗ ਦੇ ਮੈਦਾਨਾਂ ਦੇ ਵਿੱਚ ਸ਼ਹੀਦ ਹੋ ਗਏ, ਜਿਨ੍ਹਾਂ ਨੇ ਆਪਣੇ ਮੂੰਹ ਤੇ ਖਾਧੀ, ਅੱਗੋਂ ਚੋਟਾਂ ਪੈ ਰਹੀਆਂ ਹਨ, ਪਰ ਉਹ ਪਿੱਛੇ ਨਹੀਂ ਹਟੇ। ਇਹ ਗੁਰਬਾਣੀ ਜੋ ਹੈ, ਇਹ ਵੀ ਸਾਡੇ ਜੀਵਨ ਤੇ ਸਾਡੇ ਮਨ ਤੇ ਉਸੇ ਹੀ ਸੂਰਮੇ ਦੀ ਤਰ੍ਹਾਂ ਚੋਟਾਂ ਕਰ ਰਹੀ ਹੈ। ਉਹ ਲੜਾਈ ਦਾ ਮੈਦਾਨ ਹੈ, ਇਹ ਉਸ ਪਿਤਾ ਨੂੰ ਮਿਲਣ ਦੇ ਲਈ ਆਪਣੇ ਮਨ ਦਾ ਮੈਦਾਨ ਹੈ। ਉਹ ਚੋਟ ਖਾ ਕੇ ਅੱਗੇ ਵਧਣਾ, ਥਾਂ ਥਾਂ ਤੇ ਬਰਸ਼ੀਆਂ ਲੱਗੀਆਂ ਹੋਈਆਂ ਹਨ, ਖੂਨ ਦੀ ਧਾਰਾ ਵਗ ਰਹੀ ਹੈ, ਪਰ ਉਹ ਪਿੱਛੇ ਨਹੀਂ ਹਟੇ। ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵ ਲਾਏ ਤਾਰ। ਐਸੇ ਵੀ ਅਨੇਕਾਂ ਹਨ ਜਿਨ੍ਹਾਂ ਨੇ ਇੱਕਦਮ ਮੌਨ ਧਾਰ ਕੇ ਰੱਖਿਆ ਹੋਇਆ ਹੈ, ਜੋ ਬੋਲਦੇ ਨਹੀਂ ਹਨ, ਬਹੁਤ ਘੱਟ ਬੋਲਦੇ ਹਨ, ਉਤਨਾ ਹੀ ਬੋਲਦੇ ਹਨ ਜਿਤਨੀ ਜ਼ਰੂਰਤ ਹੋਵੇ। ਐਸੇ ਮੌਨੀ ਬਹੁਤ ਹਨ। ਇੱਕ ਰੁਬਾਈ ਹੈ, ਦਿਲ ਸਾਗਰ ਸਾਗਰ ਦੇ ਵਾਂਗਰ ਅਤ ਡੂੰਘਾ ਅੜਿਆ,
ਗਿਆਨ ਵਿਚਾਰ ਸਿਦਕ ਦੇ ਮੋਤੀ ਪਾ ਦਾਤਾ ਨੇ ਘੜਿਆ। ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ। ਜਬ ਤਬ ਦੀ ਖੱਟੀ ਨਾ ਖੱਟੀ ਖਾਲੀ ਬਿਰਦਰ ਖੜਿਆ। ਕਹਿੰਦੇ ਕਿ ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ, ਮੋਤੀ ਦਿੱਤੇ ਹਿਰਦੇ ਦੇ ਵਿੱਚ, ਸਿਦਕ ਦੇ ਮੋਤੀ, ਗਿਆਨ ਦੇ ਮੋਤੀ, ਪਰ ਮੇਰੀ ਜੇ ਇੱਕ ਚੱਜੀ ਜ਼ੁਬਾਨ ਹੈ, ਇਸਨੇ ਬੋਲ ਬੋਲ ਕੇ ਸਭ ਬਾਹਰ ਲੁਟਾ ਦਿੱਤਾ। ਉਹ ਮੋਤੀ ਜੋ ਸਨ ਉਹ ਬਾਹਰ ਚਲੇ ਗਏ। ਜਿਸ ਜ਼ੁਬਾਨ ਦੇ ਨਾਲ ਉਸ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਣੀ ਸੀ ਉਹ ਗਵਾ ਲਿਆ, ਤੇ ਉਸ ਪਿਰ ਦੇ ਦਰ ਦੇ ਉੱਤੇ ਮੈਂ ਖਾਲੀ ਚਲਾ ਗਿਆ। ਮੈਂ ਉਹ ਬੋਲ ਜਿਹੜੇ ਸੀ ਉਸ ਪਿਤਾ ਨੇ ਦਿੱਤੇ ਗਿਆਨ ਦੇ ਮੋਤੀਆਂ ਵਰਗੇ, ਉਹ ਮੈਂ ਅਜਾਈਂ ਗਵਾ ਕੇ ਦੁਨੀਆ ਤੋਂ ਚਲੇ ਆਇਆ। ਇਸੇ ਸੰਬੰਧ ਦੇ ਵਿੱਚ ਈਰਾਨ ਦੇ ਮਸ਼ਹੂਰ ਸੰਤ ਸ਼ੇਖ ਸ਼ਾਦੀ ਜੀ, ਉਹਨਾਂ ਦਾ ਵੀ ਫਰਮਾਨ ਹੈ, ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜ਼ਲ, ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜ਼ਲ, ਤਬੋ ਮੁਸ਼ਕ ਬਹਿਤਰਜ਼ ਤੌਦੇ ਗਿਲ। ਜੋ ਇਨਸਾਨ ਘੱਟ ਬੋਲਦਾ ਹੈ, ਮਹਿਫਲ ਦੇ ਵਿੱਚ ਘੱਟ ਬੋਲਦਾ ਹੈ, ਉਤਨਾ ਹੀ ਬੋਲਦਾ ਜਿਤਨੀ ਜ਼ਰੂਰਤ ਹੁੰਦੀ ਹੈ। ਸ਼ੇਖ ਸਾਦੀ ਸਾਹਿਬ ਕਹਿੰਦੇ ਹਨ, ਉਹ ਖੱਜਲ ਖੁਆਰ ਨਹੀਂ ਹੁੰਦਾ ਕਦੇ। ਐ ਇਨਸਾਨ, ਤੂੰ ਇੱਕ ਨਿੱਕੀ ਜੀ ਜੌਂ ਦੇ ਦਾਣੇ ਜਿੰਨੀ ਗੱਲ ਕਰ, ਪਰ ਹੋਵੇ ਮੁਸ਼ਕ ਕਪੂਰ ਵਰਗੀ। ਉਸ ਗੱਲ ਦੇ ਵਿੱਚ ਰਸ ਹੋਵੇ, ਉਸ ਗੱਲ ਦਾ ਕੋਈ ਮਤਲਬ ਹੋਵੇ। ਉਸ ਤੋਂ ਪਹਿਲਾਂ ਕਿ ਤੂੰ ਇਤਨੀਆਂ ਗੱਲਾਂ ਕਰੇ, ਜਿਸ ਤਰ੍ਹਾਂ ਤੌਦੇ ਗਿਲ, ਗਿਲ ਦਾ ਮਤਲਬ ਹੁੰਦਾ ਹੈ ਮਿੱਟੀ, ਤੌਦੇ ਦਾ ਮਤਲਬ ਹੈ ਇੱਕ ਢੇਲਾ, ਕਿ ਤੂੰ ਇਤਨੀਆਂ ਗੱਲਾਂ ਕਰੇ ਕਿ ਉਹ ਮਿੱਟੀ ਦੇ ਢੇਰ ਦੇ ਵਾਂਗੂ ਤੂੰ ਰੱਖ ਦੇਵੇਂ, ਉਹਨਾਂ ਦਾ ਕੋਈ ਮਤਲਬ ਹੀ ਨਹੀਂ ਹੈ। ਇਸ ਲਈ ਜੋ ਜ਼ਿਆਦਾ ਬੋਲਣਾ ਹੈ, ਜੇ ਬੋਲਣਾ ਹੈ ਤਾਂ ਉਸ ਪ੍ਰਭੂ ਪ੍ਰੇਮ ਦੀ ਭਗਤੀ ਦੇ ਵਿੱਚ ਬੋਲਣਾ ਹੈ। ਜ਼ਿਆਦਾ ਬੋਲਣਾ ਜੋ ਹੈ, ਉਹ ਕਹਿੰਦੇ ਜੋ ਸ਼ਕਤੀ ਹੈ ਇਨਸਾਨ ਦੀ, ਉਹ ਖਤਮ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਐਸੇ ਅਨੇਕਾਂ ਹੀ ਹਨ ਜੋ ਮੋਨੀ ਹਨ, ਜਿਨ੍ਹਾਂ ਨੇ ਲਿਵ ਲਾ ਕੇ ਰੱਖੀ ਹੋਈ ਹੈ। ਅੱਗੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਕੁਦਰਤ ਕਵਣ ਕਹਾਂ ਵਿਚਾਰ, ਐ ਸੱਚੇ ਪਿਤਾ, ਐ ਪਰਮ ਪਿਤਾ, ਐ ਦੁਨੀਆ ਦੇ ਮਾਲਿਕ, ਤੇਰੀ ਕੁਦਰਤ ਦੀ ਮੈਂ ਕੀ ਵਿਚਾਰ ਕਰਾਂ। ਮੈਂ ਤੇਰੀ ਕੁਦਰਤ ਦੀ ਵਿਚਾਰ ਨਹੀਂ ਕਰ ਸਕਦਾ। ਮੇਰੇ ਵਿੱਚ ਤੇ ਇਤਨਾ ਵੀ ਬਲ ਨਹੀਂ ਹੈ ਕਿ ਮੈਂ ਇੱਕ ਵਾਰ ਤੇਰੇ ਉੱਤੋਂ ਵਾਰਿਆ ਜਾਵਾਂ, ਮੈਂ ਇੱਕ ਵਾਰ ਤੇਰੇ ਤੋਂ ਕੁਰਬਾਨ ਹੋ ਸਕਾਂ। ਮੇਰੇ ਵਿੱਚ ਤੇ ਇਤਨੀ ਵੀ ਸ਼ਕਤੀ ਨਹੀਂ ਹੈ। ਜੋ ਤੁਧ ਪਾਏ ਸਾਈ ਭਲੀ ਕਰ, ਐ ਪਰਮ ਪਿਤਾ, ਜੋ ਤੂੰ ਕਰਦਾ ਹੈ, ਜੋ ਤੂੰ ਸਾਨੂੰ ਦਿੰਨਾ ਹੈ, ਜੋ ਤੂੰ ਇਸ ਸੰਸਾਰ ਨੂੰ ਚਲਾਉਣਾ ਹੈ ਜਿਸ ਤਰ੍ਹਾਂ, ਉਹ ਤੇਰੀ ਇੱਕ ਭਲੀ ਕਾਰ ਹੈ। ਜੋ ਤੁਧ ਪਾਵੇ, ਜੋ ਤੈਨੂੰ ਪਾਉਂਦਾ ਹੈ, ਸਾਡੇ ਜੀਵਨ ਦੇ ਜੋ ਕੁਛ ਵੀ ਤੂੰ ਦਿੰਦਾ ਹੈ ਸਾਨੂੰ, ਉਹੀ ਭਲੀ ਕਾਰ ਹੈ। ਸਾਨੂੰ ਉਹੀ ਸਵੀਕਾਰ ਕਰਨਾ ਚਾਹੀਦਾ ਹੈ, ਕਿਉਂਕਿ ਉਸ ਦੀ ਜੋ ਕਾਰ ਹੈ, ਉਸ ਦੀ ਕਾਰ ਭਲੀ ਹੈ। ਉਹ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦਾ। ਇਹ ਸਾਡੀ ਆਪਣੀ ਦੇਖਣ ਵਾਲੀ ਅੱਖ ਦਾ ਫਰਕ ਹੈ। ਅੱਖ ਉਹੀ ਹੈ, ਉਹ ਇੱਕ ਇਨਸਾਨ ਨੂੰ ਹੀ ਕਈ ਤਰ੍ਹਾਂ ਦੇਖਦੀ ਹੈ, ਲੇਕਿਨ ਉਹਦਾ ਦੇਖਣ ਦਾ ਅਸਲੀ ਤਰੀਕਾ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਣ ਦਾ ਹੈ। ਜਦ ਤੱਕ ਅਸੀਂ ਉਸ ਮੰਜ਼ਿਲ ਤੇ ਨਹੀਂ ਪਹੁੰਚਦੇ, ਜਦ ਤੱਕ ਅਸੀਂ ਆਪਣੇ ਹਿਰਦੇ ਦੇ ਵਿੱਚੋਂ ਆਪਣੀਆਂ ਨਫ਼ਰਤਾਂ ਨੂੰ ਮੁਕਾ ਕੇ ਇਹ ਮੇਰਾ ਹੈ, ਇਹ ਤੇਰਾ ਹੈ, ਇਹ ਉਹਦਾ ਹੈ, ਉਦੋਂ ਤੱਕ ਉਸ ਪਰਮਾਤਮਾ ਦੀ ਆਸ ਕਰਨੀ ਠੀਕ ਨਹੀਂ ਹੈ। ਇਸ ਲਈ ਇਹ ਇਨਸਾਨ, ਤੂੰ ਹੀ ਜੋ ਤੁਧ ਪਾਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਹਨ, ਜੋ ਆਪ ਰਹਿਬਰੀ ਪੁਰਸ਼ ਹਨ, ਜੋ ਆਪ ਉਸ ਪਰਮਾਤਮਾ ਦਾ ਰੂਪ ਹਨ, ਉਹ ਹੀ ਗੱਲ ਕਹਿ ਰਹੇ ਹਨ, ਉਹ ਹੀ ਸ਼ਬਦ ਕਹਿ ਰਹੇ ਹਨ ਸਾਨੂੰ ਸਮਝਾਉਣ ਦੇ ਲਈ। ਉਹ ਤੇ ਆਪ ਅਕਾਲ ਪੁਰਖ ਸਨ ਕਿ ਐ ਪਿਤਾ, ਜੋ ਤੂੰ ਕਰਦਾ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਐ ਪਿਤਾ, ਤੂੰ ਸਦੀਵੀ ਹੈ, ਤੂੰ ਸਦਾ ਰਹਿਣ ਵਾਲਾ ਹੈ, ਤੂੰ ਸਲਾਮਤ ਹੈ। ਇਹ ਦੁਨੀਆ ਦੇ ਉੱਚੇ ਉੱਚੇ ਪਹਾੜ ਇੱਕ ਦਿਨ ਗਿਰ ਜਾਣਗੇ, ਇਹ ਪੱਥਰ ਇੱਕ ਦਿਨ ਰੇਤ ਬਣ ਜਾਣਗੇ, ਇੱਥੋਂ ਤੱਕ ਕਿ ਧਰਤੀ ਇਹ ਵੀ ਨਹੀਂ ਰਹਿਣੀ, ਇਹ ਵੀ ਨਸ਼ਟ ਹੋ ਜਾਣੀ ਹੈ, ਇਨਸਾਨ ਸਭ ਕੁਝ ਖਤਮ ਹੋ ਜਾਣਾ ਹੈ। ਪੈ ਪਰਮ ਪਿਤਾ, ਤੂੰ ਸਦੀਵੀ ਹੈ, ਜਦੋਂ ਕੋਈ ਵੀ ਨਹੀਂ ਹੈ ਉਦੋਂ ਵੀ ਤੂੰ ਹੈ, ਤੂੰ ਸਲਾਮਤ ਹੈ, ਤੂੰ ਸਦਾ ਰਹਿਣ ਵਾਲਾ, ਤੂੰ ਨਿਰੰਕਾਰ ਹੈ, ਤੂੰ ਆਕਾਰ ਤੋਂ ਰਹਿਤ ਹੈ। ਐ ਆਕਾਰ ਤੋਂ ਰਹਿਤ, ਐ ਸਦੀਵੀ ਪਿਤਾ, ਜੋ ਤੂੰ ਕਰਦਾ ਹੈ ਉਹੀ ਭਲੀ ਕਾਰ ਹੈ। ਤੇਰੀਆਂ ਕੁਦਰਤ, ਤੇਰੀ ਕੁਦਰਤ ਦਾ ਮੈਂ ਅੰਦਾਜ਼ਾ ਨਹੀਂ ਲਾ ਸਕਦਾ। ਇੱਥੇ ਕਿਤਨੇ ਭਗਤ ਹਨ, ਕਿਤਨੇ ਜਪੀਸ਼ਰ ਹਨ, ਕਿਤਨੀਆਂ ਹਸਤੀਆਂ ਤੋਂ ਪੈਦਾ ਕੀਤੀਆਂ ਹੋਈਆਂ ਹਨ, ਕਿਤਨੇ ਇਨਸਾਨ, ਕਿਤਨੇ ਪੰਛੀ ਪੈਦਾ ਕੀਤੇ ਹੋਣ। ਮੇਰੇ
ਵਸ ਦੇ ਵਿੱਚ ਕੀ ਹੈ। ਜੇ ਅਸੀਂ ਇੱਕ ਪੰਛੀਆਂ ਦੀ ਹੀ ਗਿਣਤੀ ਕਰਨੀ ਹੋਵੇ ਤੇ ਕਰ ਨਹੀਂ ਸਕਦੇ, ਤੇ ਫਿਰ ਉਹਨਾਂ ਦੇ ਕਰਮ, ਉਹਨਾਂ ਦੀਆਂ ਜਾਤਾਂ, ਉਹਨਾਂ ਦੇ ਰੰਗ ਮੈਂ ਕਿੱਥੋਂ ਤੱਕ ਵਰਣਨ ਕਰਾਂ। ਕਿੰਨੀਆਂ ਚੀਜ਼ਾਂ ਤੋਂ ਕਿਤਨਾ ਕੁਛ ਬਣਾਇਆ ਹੈ, ਮੇਰੇ ਵੱਸ ਤੋਂ ਬਾਹਰ ਹੈ ਕਿ ਮੈਂ ਉਹਨਾਂ ਦੀ ਕੋਈ ਵਿਚਾਰ ਕਰ ਸਕਾਂ। ਇਸ ਲਈ ਅੰਤ ਦੇ ਵਿੱਚ ਇਹੀ ਸੰਬੋਧਨ ਕਰਦੇ ਹਨ ਗੁਰੂ ਸਾਹਿਬ ਕਿ ਐ ਪਰਮ ਪਿਤਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਬਹੁਤ ਉੱਤਮ ਹੈ, ਦਾਸ ਦੀ ਮਤ ਬਹੁਤ ਥੋੜੀ ਹੈ। ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਕਿਸੇ ਤਰ੍ਹਾਂ ਦਾ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਜੋ ਕਿਸੇ ਹਿਰਦੇ ਨੂੰ ਪ੍ਰਵਾਨ ਨਾ ਹੋਵੇ, ਜਾਂ ਕੁਝ ਗਲਤ ਕਹਿ ਗਿਆ ਹੋਵਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਆਪ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ, ਅਰਦਾਸ ਕਰਨੀ ਅੱਗੇ ਤੋਂ ਉਸ ਪਿਤਾ ਅੱਗੇ, ਉਹ ਇਸ ਨਿਗੁਣੇ ਨੂੰ ਗੁਣ ਬਖਸ਼ੇ, ਉਹ ਪਰਮਾਤਮਾ ਮਤ ਬਖਸ਼ੇ, ਸੁਮਤ ਬਖਸ਼ੇ ਆਪਣੀ ਬਾਣੀ ਨੂੰ ਪੜ੍ਹਨ ਦੀ ਔਰ ਆਪਣੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਦੀ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਾਬਾ ਜੀ ਆਨੰਦ ਸਾਹਿਬ ਦਾ ਪਾਠ ਕਰਦੇ। ਵਾਹਿਗੁਰੂ।